and welcome to today's session. Yesterday we have started with the chapter Indian economy from 1950 to 1990, the time of economic planning. Yesterday we have done that there were three types of economic plannings. One is capitalism, socialism and mixed. So India adopted mixed economy planning according to their resources and their needs. We adopted this planning system from Soviet Union, but we also learned from their mistakes, and we have done some changes in economic planning according to our plan. Because economic plan is nothing. Economic plan spells how resources of a nation should be put to use. How resources of a nation should be put to use with some general goals as well as specific goals. Because every nation has to fulfill some general as well as some specific goals. क्योंकि goals, development goals keep on changing. कोई चीज़ आज priority है तो शायद आज तो कुछ साल बाद वो priority नहीं रहेगी. Right now, if we are talking of today's world, ਅੱਜ ਦੀ ਗੱਲ ਕਰੀਏ, ਅੱਜ ਕੋਵਿਡ ਦੇ ਨਾਲ ਕੁਝ ਚੀਜ਼ਾਂ ਪ੍ਰਾਇੋਰਟੀ ਨੇ ਜੋ ਅੱਜ ਤੋਂ ਪਹਿਲੇ ਨਹੀਂ ਸੀ, ਤੇ ਸ਼ਾਇਦ ਕੁਝ ਆਉਣ ਵਾਲੇ ਸਾਲਾਂ 'ਚ ਸਾਡੀਆਂ ਪ੍ਰਾਇੋਰਟੀਜ਼ ਚੇਂਜ ਹੋ ਜਾਣ, ਸਾਡੇ ਡਿਵੈਲਪਮੈਂਟ ਗੋਲਸ ਚੇਂਜ ਹੋ ਜਾਣ. ਸੋ ਅਕੋਰਡਿੰਗਲੀ ਦੈਟ Indian economy also adopted certain 5-year plans. ਇਹਨਾਂ ਪਲਾਨਸ ਦੇ ਵਿੱਚ ਕੁਝ ਚੀਜ਼ਾਂ particular specific ਸਨ ਉਹਨਾਂ ਪਲਾਨ ਵਾਸਤੇ, ਤੇ ਕੁਝ ਉਹਨਾਂ ਪਲਾਨਸ ਦੇ ਥਰੂ 5 years planning ਦੇ ਥਰੂ ਕੰਟੀਨਿਊਸਲੀ ਕੁਝ ਲੌਂਗ ਟਰਮ ਆਬਜੈਕਟਿਵ ਅਚੀਵ ਕਰਨ ਦੀ ਕੋਸ਼ਿਸ਼ ਕੀਤੀ ਗਈ, which was known as the perspective of the plan, ਕਿ ਉਹਨਾਂ ਪਲਾਨਸ ਦਾ perspective ਕੀ ਹੈ, ਅਸੀਂ ਲੌਂਗ ਰਨ ਤੇ ਅਚੀਵ ਕੀ ਕਰਨਾ. Why we need to differ this? ਕਿਉਂ ਇਸ ਚੀਜ਼ ਨੂੰ ਡਿਫਰ ਕਰਨ ਦੀ ਲੋੜ ਹੈ? The reason is ਕਿ ਕੁਝ ਗੋਲਸ ਸਪੈਸੀਫਿਕ ਨੇ ਤੇ ਕੁਝ ਗੋਲਸ ਲੌਂਗ ਟਰਮ ਪਰਸਪੈਕਟਿਵ ਹੈ. ਤੁਹਾਡੀ ਸੋਚ ਦਿਖਾਉਂਦੇ ਕਿ ਆਉਣ ਵਾਲੇ ਟਾਈਮਸ ਤੁਸੀਂ ਕੀ ਚੇਂਜਸ ਚਾਹੁੰਦੇ ਹੋ ਆਪਣੀ ਇਕੋਨਮੀ ਦੇ ਵਿੱਚ. ਇਹ ਸਾਰੀਆਂ ਚੇਂਜਸ ਦਾ ਜ਼ਿੰਮਾ ਦਿੱਤਾ ਗਿਆ ਪਲੈਨਿੰਗ ਕਮਿਸ਼ਨ ਨੂੰ, ਜਿਹਨੂੰ ਚੇਂਜ ਕਰਕੇ ਹੁਣ ਨੀਤੀ ਆਯੋਗ ਜਾਂ ਪਾਲਿਸੀ ਕਮਿਸ਼ਨ ਦਾ ਨਾਮ ਦੇ ਦਿੱਤਾ ਗਿਆ. ਸੋ ਕਿਉਂ ਸੀ? ਬਿਕੋਜ਼ ਹਰ ਗੋਲ ਨੂੰ, ਹਰ ਚੀਜ਼ ਨੂੰ, ਹਰ ਆਬਜੈਕਟਿਵ ਨੂੰ, ਹਰ ਡਿਵੈਲਪਮੈਂਟ ਗੋਲ ਨੂੰ ਐਵਰੀ ਟਾਈਮ ਪ੍ਰਾਇੋਰਟੀ ਨਹੀਂ ਦਿੱਤੀ ਜਾ ਸਕਦੀ. ਸਮ ਟਾਈਮ ਇੱਕ ਗੋਲ ਅਗਰ ਪ੍ਰਾਇੋਰਟੀ ਦਿੱਤੀ ਹੈ ਤੇ ਦੂਸਰਾ ਸਫਰ ਕਰ ਸਕਦਾ ਹੈ. ਲਾਈਕ ਲੌਂਗ ਟਰਮ ਦੇ ਵਿੱਚ we have major 4 objectives. Economic growth, which is must. दूसरा modernize करना अपनी इकोनॉमी ने. तीसरा self reliance and equity. Same way modernize ਜਦੋਂ ਅਸੀਂ ਕਰਦੇ ਹਾਂ ਇਕੋਨਮੀ ਦੇ ਵਿੱਚ, ਤੇ ਕੁਝ ਇਕੋਨੋਮਿਸਟ ਇੱਕ ਹੋਰ objective ਵੀ ਮੰਨ ਕੇ ਚੱਲਦੇ ਆ, that is known as full employment. ਹਰ ਕਿਸੇ ਨੂੰ ਨੌਕਰੀ ਦੇਣੀ, right? ਸੋ ਜਦੋਂ ਮੋਡਰਨਾਈਜੇਸ਼ਨ ਆਏਗੀ, ਨਵੀਂ ਟੈਕਨੋਲੋਜੀ ਆਏਗੀ, ਸਾਨੂੰ ਆਪਣੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਉਹ ਛੱਡਣੀਆਂ ਪੈਣਗੀਆਂ. ਅਗਰ ਟੈਕਨੋਲੋਜੀ ਇੰਡਸਟਰੀ ਚਾਹੁੰਦੀ ਹੈ ਤੇ ਸ਼ਾਇਦ ਉਨੀ ਜੌਬਸ ਕ੍ਰੀਏਟ ਨਾ ਹੋਣ, ਕਿਉਂਕਿ ਟੈਕਨੋਲੋਜੀ ਲੇਬਰ ਇੰਟੈਂਸਿਵ ਨਹੀਂ ਹੁੰਦੀ. ਸੇਮ ਵੇ ਅਗਰ ਅਸੀਂ ਸੁਸਾਇਟੀ ਨੂੰ ਮਾਡਰਨ ਕਰਦੇ ਹਾਂ ਤੇ ਸਾਨੂੰ ਆਪਣੀਆਂ ਕੁਝ ਜਿਹੜੀਆਂ ਬੇਸਿਕਸ ਗੱਲਾਂ ਨੇ, ਪੁਰਾਣੇ ਰੀਤੀ ਰਿਵਾਜ ਨੇ, ਛੱਡ ਕੇ ਉਸ ਨਵੀਂ ਚੀਜ਼ ਨੂੰ ਅਸੈਪਟ ਕਰਨਾ ਪੈਂਦਾ. ਸੇ ਉਸ ਚੀਜ਼ ਦੇ ਨਾਲ ਉਹਨਾਂ ਦੋ ਗੋਲਸ ਦੇ ਵਿੱਚ ਕਲੈਸ਼ ਆ ਜਾਂਦਾ ਹੈ. ਸੋ ਇਸ ਕਰਕੇ ਜਿਹੜੇ ਡਿਵੈਲਪਮੈਂਟ ਗੋਲਸ ਹਨ, ਕੁਝ ਸਪੈਸੀਫਿਕ ਸਨ, ਸ਼ਾਰਟ ਟਰਮ ਸਨ, ਉਸ ਗੋਲ ਵਾਸਤੇ, ਉਸ ਟਾਈਮ ਪੀਰੀਅਡ ਵਾਸਤੇ, ਉਹਨਾਂ 5 ਸਾਲਾਂ ਦੇ ਅਲੱਗ, ਤੇ ਕੁਝ ਓਵਰਆਲ ਲੌਂਗ ਟਰਮ ਵਾਸਤੇ ਸਨ, ਵਿਚ ਵਰ ਨੋਨ ਐਜ਼ ਦਾ ਪਲੈਨਿੰਗ ਆਬਜੈਕਟਿਵਸ. ਤੇ ਜਿਹੜੇ ਉਸ ਸਾਲ ਦੇ ਪਲਾਨ ਸਨ, ਦੇ ਵਰ ਨੋਨ ਐਜ਼ ਦਾ ਪਲਾਨ ਆਬਜੈਕਟਿਵਸ. ਪਲੈਨਿੰਗ ਆਬਜੈਕਟਿਵਸ ਜਿਹੜੇ ਹੈ ਉਹ ਸੇਮ ਸਨ: economic growth, modernization, self-reliance, equity and full employment. ਪਰ ਜਿਹੜੇ short term plans ਸਨ, specific plans ਸਨ, plan objectives ਸਨ, ਉਸ ਸਾਲ ਦੇ ਅੰਦਰ they keep on changing. Like first 5-year plan ਦਾ main objective ਸੀ development of primary sector, agriculture sector. ਜਿਹੜਾ ਦੂਸਰੇ 5-year plan 'ਚ ਆ ਕੇ ਚੇਂਜ ਹੋ ਗਿਆ, ਦੂਸਰੇ 5-year plan ਦਾ ਆਪਣਾ ਸਪੈਸੀਫਿਕ ਆਬਜੈਕਟਿਵ ਸੀ ਇੰਡਸਟਰੀਅਲ ਡਿਵੈਲਪਮੈਂਟ, ਰਾਈਟ? ਡਿਵੈਲਪਮੈਂਟ ਆਫ ਪਬਲਿਕ ਸੈਕਟਰ, ਕਿ ਜਦੋਂ ਤੁਸੀਂ ਜ਼ਿਆਦਾ ਪ੍ਰਾਇੋਰਟੀ ਇੰਡਸਟਰੀਅਲ ਸੈਕਟਰ ਨੂੰ ਦੇ ਰਹੇ ਹੋ ਤੇ ਐਗਰੀਕਲਚਰ ਸੈਕਟਰ ਨੂੰ ਸ਼ਾਇਦ ਉਨੀ ਪ੍ਰਾਇੋਰਟੀ ਨਾ ਮਿਲੇ. ਸੇਮ ਵੇ ਦੈਨ
In the fifth 5-year plan, the specific objective is employment and poverty alleviation, जो उस तो पहले इन्ना ज़्यादा नहीं सी, पुअर ते असी पहले भी सी. सो ਉਹ स्पेसिफिक ऑब्जेक्टिव सन ਜਿਹੜੇ ਅਸੀਂ ट्राई टू अचीव ਕੀਤੇ. लेकिन ਜਿਹੜੇ लॉन्ग टर्म ऑब्जेक्टिव सन ਉਹ ਇਹ ਸਨ और इन्हां लॉन्ग टर्म ऑब्जेक्टिव्स ਨੂੰ ਅਚੀਵ ਕਰਨ ਵਾਸਤੇ we use the mixed economy path. Mixed economy means public and private sector go in hand. ਦੋਨਾਂ ਨੂੰ ਹੀ ਉਹਦੇ ਵਿੱਚ ਅਲਾਉ ਕੀਤਾ ਜਾਂਦਾ ਹੈ. ਐਂਡ ਡਿਊ ਟੂ ਦਿਸ ਪ੍ਰਾਈਵੇਟ ਸੈਕਟਰ ਦੀ ਪੂਰੀ ਅਵੇਲੇਬਿਲਿਟੀ ਹੋਣ ਕਰਕੇ ਵੀ ਅਡੋਪਟਡ ਇੰਡਸਟਰੀਅਲ ਰੈਵੋਲੂਸ਼ਨ, ਜਿਹੜੇ ਇੰਡਸਟਰੀਅਲ ਰੈਵੋਲੂਸ਼ਨ 1948 'ਚ ਆਇਆ ਅਤੇ ਇੱਕ ਉਸ ਤੋਂ ਕੁਝ ਬਾਅਦ ਵੀ ਆਇਆ 50 ਦੇ ਵਿੱਚ, ਤਾਂ ਕਿ ਅਸੀਂ ਇੰਡਸਟਰੀਅਲ ਰੈਜ਼ੋਲੂਸ਼ਨ ਦੇ ਨਾਲ, ਪਾਲਿਸੀ ਚੇਂਜਸ ਦੇ ਨਾਲ ਅਸੀਂ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਦੋਨਾਂ ਨੂੰ ਹੀ ਡਿਵੈਲਪ ਕਰ ਸਕੀਏ. ਕਿਉਂਕਿ ਕੁਝ ਚੀਜ਼ਾਂ ਪ੍ਰਾਈਵੇਟ ਸੈਕਟਰ ਬਣਾ ਰਿਹਾ ਸੀ ਜਿਹੜੀਆਂ ਕੰਜ਼ਿਊਮਰ ਸਨ, ਜਿਹੜੀਆਂ ਆਮ ਲੋਕਾਂ ਨੂੰ ਚਾਹੀਦੀਆਂ ਸਨ, ਪਰ ਜਿਹੜੀਆਂ ਨੇਸ਼ਨ ਦੀ ਦੂਸਰੀ ਪ੍ਰਾਇਓਰਿਟੀ ਸਨ ਉਹਨੂੰ ਅਸੀਂ ਟਾਈਮ ਟੂ ਟਾਈਮ ਚੇਂਜ ਕਰਦੇ ਗਏ. ਪਹਿਲੇ ਪਬਲਿਕ ਸੈਕਟਰ ਸਭ ਕੁਝ ਬਣਾ ਰਿਹਾ ਸੀ, ਗ੍ਰੈਜੂਅਲੀ ਐਂਡ ਸਲੋਲੀ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ ਉਹਦੇ ਵਿੱਚੋਂ ਕੁਝ ਚੀਜ਼ਾਂ ਅਸੀਂ ਸ਼ਿਫਟ ਕਰਕੇ ਪ੍ਰਾਈਵੇਟ ਸੈਕਟਰ ਨੂੰ ਦੇ ਦਿੱਤੀਆਂ. ਅਤੇ ਹੁਣ ਅਤੇ ਅੱਜ ਇਸ ਟਾਈਮ 'ਤੇ ਸ਼ਾਇਦ 99% ਜਿਹੜਾ ਸੈਕਟਰ ਹੈ that is private. Public sector ਸਿਰਫ ਉਹੀ ਚੀਜ਼ਾਂ ਪ੍ਰੋਵਾਈਡ ਕਰ ਰਹੀਆਂ ਜਿਹੜੀਆਂ ਬੇਸਿਕ ਅਮੈਨਿਟੀਜ਼ ਨੇ. ਸੋ ਨਾਓ ਲੈਟਸ ਕਮ ਟੂ ਦਾ ਮੇਨ ਟੌਪਿਕ ਜੋ ਅਸੀਂ ਸਟਾਰਟ ਕਰਨਾ ਸੀ, ਦੈਟ ਇਜ਼ ਕਿ ਜਿਹੜੇ ਸਾਡੇ ਇਸ ਇਕਨੋਮਿਕ ਪਲੈਨਿੰਗ ਦੇ ਲੌਂਗ ਟਰਮ ਪਲਾਨ ਸਨ, ਇਹਨਾਂ ਪਲੈਨਿੰਗ ਦਾ ਜਿਹੜਾ ਪ੍ਰਸਪੈਕਟਿਵ ਸੀ, ਪਲੈਨਿੰਗ ਓਬਜੈਕਟਿਵ ਕੀ ਸੀ, ਦੇ ਵਰ ਦ ਫੋਲੋਇੰਗ. ਫਸਟ ਇਜ਼ ਇਕਨੋਮਿਕ ਗਰੋਥ. ਜਦ ਤੱਕ ਗਰੋਥ ਨਹੀਂ ਹੈ, ਇਕਨੋਮਿਕਲੀ ਤੁਹਾਡੀ ਇਨਕਮ ਨਹੀਂ ਹੈ, ਇਕੋਨਮੀ ਦੀ ਇਨਕਮ ਨਹੀਂ ਹੈ, ਵਿਲ ਯੂ ਏਬਲ ਟੂ ਸਸਟੇਨ ਯੂਅਰ ਸੈਲਫ? ਨਹੀਂ. ਇੰਡੀਅਨ ਇਕੋਨਮੀ ਵਾਜ਼ ਸਟੈਗਨੈਂਟ ਇਕੋਨਮੀ ਜਦੋਂ ਅਸੀਂ ਆਜ਼ਾਦ ਹੋਏ. ਦੈਟ ਮੀਨਸ ਸਾਡਾ GDP, ਦੈਟ ਇਜ਼ ਗ੍ਰੋਸ ਡੋਮੈਸਟਿਕ ਪ੍ਰੋਡਕਟ, 0 ਪੁਆਇੰਟ ਸਮਥਿੰਗ ਸੀ. ਸੋ ਉਸ ਚੀਜ਼ ਨੂੰ, ਗਰੋਥ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਸੀ. GDP ਮੀਨਸ ਇਕੋਨਮੀ ਦਾ ਪ੍ਰੋਡਕਟਿਵ ਬੇਸ ਰੇਜ਼ ਕਰਨਾ, ਪ੍ਰੋਡਕਟਿਵ ਕਪੈਸਿਟੀ ਨੂੰ ਰੇਜ਼ ਕਰਨਾ. अगर उस प्रोडक्टिव कैपेसिटी ਨੂੰ ਅਸੀਂ रेज नहीं करांगे तो we are not able to achieve any target. So productivity output of goods and services, because GDP की measure करता है final value of all goods and services generated in our economy. So economic growth सी कि productive capital stock ਵਧਾਣਾ, supporting services infrastructure ਵਧਾਣਾ like transport, energy, power, ਇਸ ਸੈਕਟਰ ਨੂੰ, ਕਿਉਂਕਿ ਇਹਦੇ ਬਿਨਾਂ ਇੰਡਸਟਰੀ ਨਹੀਂ ਚੱਲ ਸਕਦੀ. ਦੈਨ ਜਿਹੜੀ ਪ੍ਰੋਡਕਟਿਵ ਕੈਪੀਟਲ ਹੈ ਉਹਦੀ ਐਫੀਸ਼ੀਐਂਸੀ ਵੀ ਵਧਾਉਣੀ, ਉਹਨਾਂ ਲੋਕਾਂ ਨੂੰ ਕੰਮ ਕਰਨਾ ਵੀ ਦੇਣਾ. ਸੋ GDP, ਜਿੰਨੀ GDP ਜ਼ਿਆਦਾ ਹੋਏਗੀ ਕੰਟਰੀ ਦੀ, ਉਨਾ ਹੀ ਉਸ ਕੰਟਰੀ ਦੀ ਇਕਨੋਮਿਕ ਗਰੋਥ ਵੀ ਹੋਏਗੀ. GDP ਦੇ ਵਿੱਚ ਤਿੰਨੋਂ ਸੈਕਟਰਸ ਆਪਣਾ ਕੰਮ, ਆਪਣਾ ਸ਼ੇਅਰ ਦਿੰਦੇ ਨੇ, ਪ੍ਰਾਇਮਰੀ, ਸੈਕੰਡਰੀ, ਟਰਸ਼ਰੀ. ਦਿਸ ਸ਼ੇਅਰ ਆਫ ਆਲ ਦਾ 3 ਸੈਕਟਰ ਇਜ਼ ਨੋਨ ਐਜ਼ ਸਟਰਕਚਰਲ ਕੰਪੋਜੀਸ਼ਨ. ਤੇ ਜੋ ਇਕੋਨਮੀ ਡਿਵੈਲਪ ਹੁੰਦੀ ਹੈ, ਇਹ ਸਟਰਕਚਰਲ ਕੰਪੋਜੀਸ਼ਨ ਪ੍ਰਾਇਮਰੀ ਦਾ ਸ਼ੇਅਰ ਘਟਾ ਦਿੰਦਾ ਹੈ ਅਤੇ ਇੰਡਸਟਰੀਅਲ ਸੈਕਟਰ ਦਾ ਸ਼ੇਅਰ ਇਨਕਰੀਜ਼ ਕਰ ਦਿੰਦਾ ਹੈ. ਉਸ ਸੈਕਟਰ ਦੇ ਸ਼ੇਅਰ ਦੇ ਇਨਕਰੀਜ਼ ਹੋਣ ਨਾਲ GDP ਦੇ ਵਿੱਚ ਪ੍ਰੋਡਕਟਿਵ ਕੈਪੈਸਿਟੀ ਜਾਂ ਇੰਡਸਟਰੀ ਦਾ ਜਾਂ ਟਰਸ਼ਰੀ ਸੈਕਟਰ ਦਾ ਸ਼ੇਅਰ ਵਧਣ ਨਾਲ ਅਸੀਂ ਉਸ ਇਕੋਨਮੀ ਨੂੰ ਡਿਵੈਲਪਡ ਇਕੋਨਮੀ ਮੰਨ ਕੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ. ਸੋ ਤਿੰਨਾਂ ਸੈਕਟਰ ਦਾ ਸ਼ੇਅਰ is known as structural composition, and with the passage of time is structural composition change हो जाती है. प्राइमरी ਦਾ ਸ਼ੇਅਰ ਰਿਡਿਊਸ ਹੋ ਜਾਂਦਾ ਹੈ ਤੇ ਇੰਡਸਟਰੀਅਲ ਦਾ ਸ਼ੇਅਰ ਇਨਕਰੀਜ਼ ਹੋ ਜਾਂਦਾ ਹੈ. ਇਹ ਜਿਹੜੀ ਸੈਕਟੋਰਲ ਕੰਟਰੀਬਿਊਸ਼ਨ ਹੈ, ਇਹ ਤੇ ਇਹਦੇ ਨਾਲ ਗਰੋਥ ਦੇ ਨਾਲ ਚਾਹੀਦੀ ਹੀ ਚਾਹੀਦੀ ਹੈ. ਔਰ ਦੂਸਰੀ ਜਿਹੜੀ ਗਰੋਥ ਹੈ, ਇੱਕ ਗਰੋਥ ਸੀ GDP ਦੀ, ਦੂਜੀ ਗਰੋਥ ਹੈ ਇਹਦੇ ਵਿੱਚ ਪਰ ਕੈਪੀਟਾ ਇਨਕਮ ਦੀ ਜਾਂ ਪਰ ਕੈਪੀਟਾ GDP ਦੀ. Per capita GDP means availability of goods and services per person. कि जिन्ना GDP ਵਧਿਆ कि per person भी उन्नियां चीज़ां अवेलेबल होईयां, कि जिन्नी इनकम ਵਧੀ कि per person भी उन्नी इनकम ਵਧੀ कि नहीं. ये जिहड़ा डेटा है ये कलैक्ट किया जाता ऑल ओवर कंट्री विद अदर कंट्रीज. पर कैपिटा इनकम एक इहो जिहा सोर्स है ਜਿਹਦੇ ਨਾਲ ਤੁਸੀਂ ਕੰਪੇਅਰ ਕਰਦੇ ਹੋ ਡਿਵੈਲਪਮੈਂਟ ਆਫ ਵਨ ਕੰਟਰੀ ਵਿਦ ਦ ਅਨਦਰ. ਜਿੰਨੀ ਜਿਹਦੀ ਪਰ ਕੈਪੀਟਾ ਇਨਕਮ ਜ਼ਿਆਦਾ, ਉਨਾ ਉਹ ਕੰਟਰੀ ਰਿਚ ਅਤੇ ਐਡਵਾਂਸ ਮੰਨਿਆ ਜਾਂਦਾ ਹੈ.
ਉਹਨਾਂ ਉਹ ਕੰਟਰੀ ਅੱਛਾ ਬਣਿਆ ਤੇ ਜਿੰਨੀ ਜਿਹਦੀ ਪਰ ਕੈਪੀਟਾ ਇਨਕਮ ਘੱਟ ਉਹ ਉਨਾ ਹੀ ਉਹ ਕੰਟਰੀ ਪੂਅਰ ਮੰਨਿਆ ਜਾਂਦਾ ਅਕੋਰਡਿੰਗ ਟੂ ਦ ਵਰਲਡ ਬੈਂਕ ਰਿਪੋਰਟਸ ਰਾਈਟ। ਸੋ ਇਹਦੇ ਅਕੋਰਡਿੰਗਲੀ ਜਿਹੜਾ ਸਾਡਾ ਪਰ ਕੈਪੀਟਾ ਇਨਕਮ ਹੈ ਉਹ ਵੀ ਇਨਕਰੀਜ਼ ਕਰਨਾ ਜ਼ਰੂਰੀ ਸੀ ਐਜ਼ ਅਲੋਂਗ ਵਿਦ ਦ GDP, ਕਿਉਂਕਿ ਜੇ GDP ਵੱਧ ਗਿਆ ਤੇ ਪਰ ਕੈਪੀਟਾ ਇਨਕਮ ਨਹੀਂ ਵਧੀ दैट मीन्स इनकम तो इंक्रीज हो रही है पर इनकम इंक्रीज नहीं हो रही, क्योंकि पर कैपिटा इनकम कैलकुलेट दा हुंदा टोटल इनकम ऑफ अ कंट्री डिवाइडेड बाय टोटल पॉपुलेशन ऑफ अ कंट्री। कि अगर इनकम वधी ते नाल उहदे खाण वाले भी उन्ने वध गए ते पर कैपिटा इनकम इंक्रीज नहीं होएगी। सो दैट वाज द अनदर मोटिव कि इकनॉमिक ग्रोथ प्रोडक्टिव कैपेसिटी ते वधानी है, उहदे नाल होर की इंक्रीज करना है पर कैपिटा इनकम। दैट इज द फर्स्ट टारगेट ऑफ इकोनॉमी। दूजा टारगेट सी मॉडर्नाइजेशन। मॉडर्नाइजेशन मीनस ए स्टार्ट किया गया ऑलमोस्ट इन द 6th प्लान टू that is to develop the modernization, right। इस प्लान के अंडर एक तो नवी टेक्नोलॉजी यूज़ करनी, क्योंकि वर्ल्ड के नाल अगर साइंटिफिक चेंजेस आ रही हैं, साइंटिफिक टेक्निक्स आ रही हैं, असीं उन्होंने अडैप्ट नहीं करांगे तो असीं ना तो इकनॉमिक कॉम्पीटिशन या वर्ल्ड कॉम्पीटिशन पिछे रह जावांगे। सो मॉडर्नाइजेशन टू अचीव द न्यू टेक्नोलॉजी इन द एग्रीकल्चर सैक्टर, उहदा आउटपुट रेस करन लई ट्रैक्टर्स फर्टिलाइजर्स ये चीज़ां एज वैल एज दूजियां फैक्ट्रीज दे विच मशीनस यूज़ करनियां जो लेटेस्ट टेक्नोलॉजी दे आ रही सी। इस इकनॉमिक टेक्नोलॉजी के नाल नाल इकनॉमिक मॉडर्नाइजेशन के नाल नाल सोशल मॉडर्नाइजेशन की भी लोड़ सी, सोशल आउटलुक चेंज करने की भी लोड़ सी कि विमेन पार्टिसिपेशन नूं भी रेस किया जाए इन द इकनॉमिक प्लानिंग, कि उन्हां दा भी उन्ना ही हक है, उन्ना ही उन्हां नूं इस प्लानिंग दे विच हिस्सा दिता जाए और प्लस जिहड़ी माइंड सैट है उस चीज़ नूं भी चेंज किया जाए। सो इकनॉमिक एंड सोशल मॉडर्नाइजेशन दोनों ही इकनॉमिक प्लानिंग दे ऑब्जेक्टिव का पार्ट है। तीसरा इज सैल्फ रिलायंस। सैल्फ रिलायंस मीनस खुद को सस्टेन करना विदाउट एनी एक्सटर्नल हैल्प। दैट्स वेरी वेरी इंपॉर्टेंट साडे लई उस वेले, बिकॉज उस वेले तो असी फूड ग्रेन भी इंपोर्ट कर रहे सां, असी खाण दीयां चीज़ां भी इंपोर्ट कर रहे सां, साडे कोल ते खाण लई भी उन्ना अनाज नहीं सी जिन्ना असी प्रोवाइड कर सकें। सो उस वेले सैल्फ रिलायंस इज़ वेरी वेरी इंपॉर्टेंट मॉडर्नाइजेशन नालों भी, बिकॉज जिन्नी फॉरेन कंट्रीज से डिपेंडेंस ज़्यादा होएगी उन्ना फॉरेन कंट्रीज का साडे इकनॉमिक डिसीजनस दे विच उन्ना हिस्सा होएगा, उन्नी उन्हां दी साडे विच इंटरफेरेंस होएगी। सो उस इंटरफेरेंस नूं हटाउण लई इकनॉमिक डिसीजनस की जिहड़ी इंडिपेंडेंस लिआउण लई सानूं सैल्फ रिलायंस होना जरूरी सी कि असी सिर्फ खाण वालियां चीज़ां नहीं बाकी टेक्नोलॉजी भी असी अपनी यूज़ कर सकें। दैन जिन्नियां फॉरेन सप्लाई है चाहे आर्म्स एम्यूनिशन टेक्नोलॉजी उन्हां चीज़ां नूं असी सैल्फ रिलायंस हो चुके हैं। जिस तरह अज इस वेले आई थिंक सैल्फ रिलायंस इज़ अनदर इशू जिहड़ा कोविड दे नाल भी रेज होया। इफ यू हैव लिसन व्हाट्सएप दी उधर वीडियोज़ आ रही तो एवरी कंट्री इज़ फेसिंग प्रॉब्लम ड्यू टू डिपेंडेंस ऑन चाइना, इकनॉमिक डिपेंडेंस ऑन चाइना। चाइना तो डिपेंडेंट ने हर चीज़ वास्ते, इवन अमेरिकन उन्होंने भी इंडस्ट्री 80-90% उन्होंने डिपेंडेंट है, वो हर चीज़ से, चाहे वो टेक्नोलॉजी है चाहे स्पेयर पार्ट्स है चाहे मेडिसिन ने, दे आर डिपेंडेंट ऑन दैट। सो उस चीज़ करके अज वो प्रॉब्लम फेस कर रहे हैं। इंडिया अज सैल्फ सफिशेंट है तो शायद वो इस चीज़ को सस्टेन कर पा रहे हैं। दूसरी चीज़ अज असी सैल्फ रिलायंस सी तो शायद असी मेडिसिन को एक्सपोर्ट कर पा रहे हैं। सो ये सैल्फ रिलायंस वाज अनदर ऑब्जेक्टिव, बिकॉज इंडिया एक बार इकनॉमिकली इंडिपेंडेंट हो गया सी, पोलिटिकली इंडिपेंडेंट हो गया सी, वो दोबारा उस चीज़ वाल वापस नहीं सी जाना चाहता। इस करके सैल्फ रिलायंस वाज अ मेजर ऑब्जेक्टिव इन द फर्स्ट फ्यू प्लान्स। Then is the equity. That's very very important. One is equity, one is equal distribution. Equity means कि शेयर मिले सब नूं अपने काम दा अकॉर्डिंग टू द वर्क डन, बट उहदे नाल कुछ
थोड़ा बहुत डिफरेंस रिच ਤੇ ਪੂਅਰ 'ਚ ਰਹਿ ਸਕੇ, ਬਿਕੋਜ਼ ਡਿਫਰੈਂਸ ਹੋਵੇ ਬਟ ਮਿਨੀਮਮ ਟਰਮਸ ਦੇ ਵਿੱਚ, ਤਾਂ ਕਿ ਫਰਦਰ ਇਨਵੈਸਟਮੈਂਟ ਵਾਸਤੇ ਵੀ ਪੈਸਾ ਆ ਸਕੇ। दैट इज व्हाट इक्विटी मीन्स कि डिफरेंस एग्जिस्ट, इकोनॉमिक प्रॉस्पेरिटी होवे बट ए पुअर ते रिच दोनों ਨੂੰ बेनिफिट करे, दैट इज व्हाट इज इक्विटी। बट इक्वल डिस्ट्रीब्यूशन मीन्स हर बंदे ਨੂੰ ਇੱਕੋ ਜਿਹਾ ਸ਼ੇਅਰ, ਕਿਸੇ ਨੂੰ ਕੋਈ ਘੱਟ ਨਹੀਂ, ਕਿਸੇ ਨੂੰ ਕੋਈ ਵੱਧ ਨਹੀਂ। ਇਹਦੇ ਨਾਲ ਤੇ ਤੁਹਾਡਾ ਜਿਹੜਾ ਨਜ਼ਰੀਆ ਹੈ ਟੂ ਇਨਕਰੀਜ਼ योर प्रोडक्टिव कैपेसिटी विल नॉट बी देयर, वो चीज़ खत्म हो जाएगी, कंपटीशन खत्म हो जाएगा। सो इक्विटी वाज देयर कि इनइक्वालिटीज एग्जिस्ट करनगियां बट विद इन स्पेसिफाइड लिमिट्स, इनिया नहीं कि तुसीं उन्हें सस्टेन ना कर पाओ। सो ये नहीं कि रिच बिकम्स मोर रिचर एंड पुअर बिकम्स मोर पुअरर, कि जीडीपी का शेयर मिले सबनों मिले, बट दैट शेयर शुड बी डिस्ट्रीब्यूटेड अकॉर्डिंग टू द वर्क डन। क्योंकि इक्विटी अगर होएगी तो पॉवर्टी भी कवर होएगी, दूजे पासे इन्वेस्टमेंट भी होएगी फॉर द फर्दर इंडस्ट्रियलाइजेशन, जिहड़ी रिच ने करनी है पुअर ने नहीं करनी। सो इक्विटी वाज देयर बिकॉज इंडिया दे विच गल्फ बिटवीन रिच एंड पुअर बहुत ज़्यादा सी, शायद जिहड़ा अज भी है, जिन्हों कवर अप करन दी लोड़ हैगी है। इहदे नाल है कि हर जिहड़ा गरीब बंदा वो बेसिक नैसेसिटीज़ उहदियां पूरीआं होण, और प्लस ਉਹਦੇ ਨਾਲ ਜਿਹੜੀ ਚੀਜ਼ ਹੈ ਕਿ ਫਰਦਰ ਇਨਵੈਸਟਮੈਂਟ ਵੀ ਹੋਵੇ ਇੰਡਸਟਰੀਅਲਾਈਜੇਸ਼ਨ ਦੀ। ਅਨਦਰ ਵਨ ਇਜ਼ देयर फुल एम्प्लॉयमेंट। इट मीन्स टू गिव जॉब टू एवरीवन दोज हू रिक्वायरमेंट। अगर एम्प्लॉयमेंट नहीं होएगी, जीडीपी इंक्रीज होएगी, प्रोडक्टिव कैपेसिटी इंक्रीज होएगी, बट ਉਹਦੇ ਨਾਲ जॉब्स नहीं मिलियां, वी वर नॉट एबल टू अचीव द टारगेट ऑफ इक्विटी। जॉब्स मिलणगियां, नौकरियां मिलणगियां, पीपल विल बिकम इनहैंस देयर कैपेसिटी स्किल्स, प्रोडक्टिव स्किल्स, फिर ही वो उस चीज़ ਨੂੰ ओवरकम करनगे। जिन्नियां जॉब्स सैल्फ एम्प्लॉयमेंट या वैसे जॉब्स जनरेट होणगियां, पीपल विल हैव इनकम, दे विल ट्राई टू स्पेंड इन द राइट वे, और वो जिन्नियां चीज़ां दी डिमांड वधाणगे उन्नी ही कल नूं जीडीपी दी ग्रोथ आएगी, उन्ना ही जीडीपी जिहड़ा इनक्रीज होएगा। और पर कैपिटा इनकम इंक्रीज करने वास्ते भी नौकरियां की बहुत ज़रूरत है। जब तक जॉब्स इंक्रीज नहीं होणगियां तब तक जिहड़ी है कि जीडीपी की ग्रोथ या पर कैपिटा इनकम अचीव नहीं किया जा सकता। सो दीज वर द सर्टन इकोनॉमिक ऑब्जेक्टिव्स और द प्लानिंग फॉर द दिस 5 year प्लान्स जिहड़े असी अचीव किए, ट्राई टू अचीव किए इन दीज 40 years 1950 to 1990।